हेलो स्टूडेंट्स, हाउ आर यू? सो प्यारे ਬੱਚਿਓ, ਕਹਾਣੀਆਂ ਸੁਣਨੀਆਂ ਕਿਹਨੂੰ ਨਹੀਂ ਪਸੰਦ। ਸਾਨੂੰ ਇਸ ਏਜ ਵਿੱਚ ਵੀ ਆ ਕੇ ਕਹਾਣੀਆਂ ਸੁਣਨੀਆਂ ਬਹੁਤ ਅੱਛੀਆਂ ਲੱਗਦੀਆਂ ਤੇ ਸਾਨੂੰ ਯਾਦ ਆ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਜਿੱਥੇ ਕੋਈ ਕਹਾਣੀ ਦੀ ਕਿਤਾਬ ਮਿਲਣੀ ਅਸੀਂ ਉਹਨੂੰ ਪੜ੍ਹਨ ਲੱਗ ਜਾਣਾ, ਕੋਈ ਕਾਮਿਕਸ ਮਿਲਣੀਆਂ ਉਹ ਪੜ੍ਹਨ ਲੱਗ ਜਾਣੀਆਂ, ਕੋਈ ਵੀ ਕਾਰਟੂਨ ਆਉਣਾ ਉਹ 'ਚ ਵੀ ਕਹਾਣੀ ਹੋਣੀ। ਸੋ ਸਾਨੂੰ ਮੇਨ ਜਿਹੜੀ ਚੀਜ਼ ਆਪਣੇ ਵੱਲ ਖਿੱਚਦੀ ਸੀ ਉਹ ਹੁੰਦੀ ਸੀ ਕਹਾਣੀ। ਓਕੇ, ਸੋ ਸਾਡੀ ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਕਿ ਜਿਹੜੀਆਂ ਬਾਬਾਣੀਆਂ ਕਹਾਣੀਆਂ ਹੁੰਦੀਆਂ ਵੱਡਿਆਂ ਵਡੇਰਿਆਂ ਦੀਆਂ ਕਹਾਣੀਆਂ ਹੁੰਦੀਆਂ ਉਹ ਪੁੱਤ ਨੂੰ ਸਪੁੱਤ ਕਰ ਦਿੰਦੀਆਂ ਹਨ, ਯਾਨੀ ਵਧੀਆ ਬਣਾ ਦਿੰਦੀਆਂ ਹਨ। ਓਕੇ, ਸੋ ਇਹੋ ਜਿਹੀਆਂ ਹੀ ਕੁਝ ਅੱਛੀਆਂ ਕਹਾਣੀਆਂ ਜਿਹਨੂੰ ਪੜ੍ਹ ਕੇ ਅਸੀਂ ਆਪਣੀ ਲਾਈਫ ਵਿੱਚ ਬਹੁਤ ਵਧੀਆ ਸੇਧ ਲੈ ਸਕਦੇ ਹਾਂ, ਸਾਡੀ ਇੰਗਲਿਸ਼ ਦੀ ਟੈਕਸਟ ਬੁੱਕ ਵਿੱਚ ਅਵੇਲੇਬਲ ਹਨ। ਸੋ ਆਓ ਅੱਜ ਅਸੀਂ ਪੜ੍ਹਦੇ ਹਾਂ ਮੇਨ ਕੋਰਸ ਬੁੱਕ ਦੀ ਬੜੀ ਇੰਟਰਸਟਿੰਗ ਸਟੋਰੀ ਜਰਨੀ ਬਾਏ ਨਾਈਟ, ਰਾਤ ਦੀ ਯਾਤਰਾ, ਜਿਹਦੇ ਵਿੱਚ ਅਸੀਂ ਦੇਖਾਂਗੇ ਇੱਕ ਬਹੁਤ ਹੀ ਬਰੇਵ ਬॉय ਸ਼ੇਰ ਸਿੰਘ ਉਹ ਕਿਸ ਤਰ੍ਹਾਂ ਆਪਣੀ ਐਡਵੈਂਚਰਸ ਜਰਨੀ ਬਾਏ ਨਾਈਟ ਪੂਰੀ ਕਰਦਾ ਹੈ, ਉਹ ਕਿਸ ਤਰ੍ਹਾਂ ਆਪਣੀ ਰਿਸਪੌਂਸਿਬਿਲਟੀ ਨਿਭਾਉਂਦਾ ਹੈ। ਠੀਕ, ਇਹ ਸਾਰਾ ਕੁਝ ਅਸੀਂ ਅੱਜ ਇਸ ਸਟੋਰੀ ਵਿੱਚ ਪੜਾਂਗੇ। ਸੋ ਉਮੀਦ ਹੈ ਤੁਹਾਨੂੰ ਬਹੁਤ ਬਹੁਤ ਵਧੀਆ ਲੱਗੇਗੀ। ਲੈਸਨ 4th, ਜਰਨੀ ਬਾਏ ਨਾਈਟ। Journey by Night tells the true life adventure story of a 12-year-old boy. ਜਰਨੀ ਬਾਏ ਨਾਈਟ ਸਾਨੂੰ ਇੱਕ 12 ਸਾਲ ਦੀ ਉਮਰ ਦੇ ਲੜਕੇ ਦੀ ਸੱਚੀ ਸਾਹਸਿਕ ਜੀਵਨ ਦੀ ਕਹਾਣੀ ਬਾਰੇ ਦੱਸਦੀ ਹੈ। ਸ਼ੇਰ ਸਿੰਘ, ਜਿਸ ਦਾ ਨਾਮ ਸੀ ਸ਼ੇਰ ਸਿੰਘ, ਹੀ ਓਵਰਕਮਸ, ਉਹ ਸਰ ਕਰ ਲੈਂਦਾ ਹੈ, ਯਾਨੀ ਜਿੱਤ ਪ੍ਰਾਪਤ ਕਰ ਲੈਂਦਾ ਹੈ, ਕਾਬੂ ਪਾ ਲੈਂਦਾ ਹੈ। ਸੀਮਿੰਗਲੀ ਹੁੰਦਾ ਪ੍ਰਤੀਤ ਹੁੰਦੀ ਹੋਈ। ਓਕੇ, ਇਨਸਰਮਾਊਂਟੇਬਲ ਹੁੰਦੀ ਹੈ ਅਜੇਤੂ ਜਾਂ ਦੁਰਗਮ, ਜਿੱਥੇ ਤੱਕ ਪਹੁੰਚ ਨਾ ਕੀਤੀ ਜਾ ਸਕਦੀ ਹੋਵੇ, ਜਿਹਨੂੰ ਕੋਈ ਪਾਰ ਨਾ ਕਰ ਸਕਦਾ ਹੋਵੇ। ਇਨਸਰਮਾਊਂਟੇਬਲ ਆਬਸਟੈਕਲ ਕੀ ਹੁੰਦਾ? ਆਬਸਟੈਕਲ ਹੁੰਦੀ ਹੈ ਰੋਕ, ਅੜਿੱਕਾ, ਅਟਕ। ਠੀਕ, ਸੋ ਪੂਰੀ ਲਾਈਨ ਦਾ ਕੀ ਮਤਲਬ ਹੋਇਆ? ਹੀ ਓਵਰਕਮਸ ਅ ਸੀਮਿੰਗਲੀ ਇਨਸਰਮਾਊਂਟੇਬਲ ਆਬਸਟੈਕਲ। ਉਹ ਅਜਿਹੇ ਅੜਿੱਕੇ ਨੂੰ ਵੀ ਪਾਰ ਕਰ ਲੈਂਦਾ ਜੋ ਕਿ ਨਾ ਸਰ ਕੀਤਾ ਜਾਣ ਵਾਲਾ ਪ੍ਰਤੀਤ ਹੁੰਦਾ ਹੈ। Off an 80 ਕਿਲੋਮੀਟਰ stretch of muddy track, stretch ਹੁੰਦਾ ਇੱਕੋ ਵਾਰੀ, muddy track ਯਾਨੀ ਦਲਦਲੀ ਰਸਤਾ। ਠੀਕ, ਜਿਹੜਾ ਦਲਦਲ ਨਾਲ ਭਰਿਆ ਹੋਵੇ ਉਹ ਇੱਕੋ ਵਾਰੀ ਉਹ ਦਲਦਲ ਵਾਲਾ ਰਸਤਾ 80 ਕਿਲੋਮੀਟਰ ਵਾਲਾ ਪਾਰ ਕਰ ਲੈਂਦਾ ਹੈ। ਥਰੂ ਅ ਡੈਂਸ ਜੰਗਲ, ਉਹ ਰਸਤਾ ਜੋ ਕਿ ਇੱਕ ਸੰਘਣੇ ਜੰਗਲ ਦੇ ਵਿੱਚੋਂ ਹੁੰਦਾ ਜਾਂਦਾ ਹੈ। ਵਿਚ ਇਜ਼ ਇਨਫੈਸਟਡ ਵਿਦ ਟਸਕਰਸ, ਇਨਫੈਸਟਡ ਹੁੰਦਾ ਭਰਿਆ ਹੋਇਆ, ਫੈਲਿਆ ਹੋਇਆ। ਓਕੇ, ਵਿਚ ਇਜ਼ ਇਨਫੈਸਟਡ ਵਿਦ ਟਸਕਰਸ, ਜੋ ਕਿ ਹਾਥੀਆਂ ਦੇ ਨਾਲ ਭਰਿਆ ਹੋਇਆ ਸੀ, ਬੇਅਰਸ ਭਾਲੂਆਂ ਨਾਲ, ਐਂਡ ਟਾਈਗਰਸ ਅਤੇ ਸ਼ੇਰਾਂ ਨਾਲ ਵੀ, ਐਂਡ ਇਜ਼ ਕ੍ਰਿਸ ਕ੍ਰੋਸਡ ਵਿਦ ਸਟਰੀਮਸ। ਕ੍ਰਿਸ ਕ੍ਰੋਸਡ ਹੁੰਦਾ ਇੱਕ ਦੂਜੇ ਨੂੰ ਕੱਟਦੀਆਂ ਹੋਈਆਂ ਨਦੀਆਂ। ਓਕੇ, ਸੋ ਉਹਦੇ ਰਾਹ ਵਿੱਚ ਇੱਕ ਦੂਜੇ ਨੂੰ ਕੱਟਦੀਆਂ ਹੋਈਆਂ ਨਦੀਆਂ ਵੀ ਸਨ। ਹੀ ਟੇਕਸ ਹਿਜ਼ ਕ੍ਰਿਟੀਕਲੀ ਇਲ ਯੰਗਰ ਬ੍ਰਦਰ, ਉਹ ਆਪਣੇ ਬਹੁਤ ਹੀ ਗੰਭੀਰ ਤੌਰ ਤੇ ਬਿਮਾਰ ਭਰਾ ਨੂੰ ਲੈਂਦਾ ਹੈ। ਸਲੰਗ ਅਕ੍ਰੋਸ ਹਿਜ਼ ਯੰਗ ਐਂਡ ਰॉ ਸ਼ੋਲਡਰਸ, ਸਲੰਗ ਹੁੰਦਾ ਵਹਿੰਗੀ, ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਸ਼ਰਵਣ ਨੇ ਵੀ ਆਪਣੇ ਮਾਤਾ ਪਿਤਾ ਨੂੰ ਉਸ ਵਿੱਚ ਬਿਠਾ ਕੇ ਤੇ ਆਪਣੇ ਮੋਢੇ ਤੇ ਉਸ ਵਹਿੰਗੀ ਨੂੰ ਚੱਕ ਕੇ ਤੀਰਥ ਯਾਤਰਾ ਕਰਵਾਈ ਸੀ। ਸੋ ਉਹ ਵਾਲੀ ਵਹਿੰਗੀ ਉਹ ਆਪਣੇ ਕਮਜ਼ੋਰ ਅਤੇ ਛੋਟੇ ਮੋਢਿਆਂ ਤੇ ਰੱਖਦਾ ਹੈ ਟੂ ਦਾ ਨੀਅਰੈਸਟ ਹਸਪੀਟਲ, ਨੇੜੇ ਦੇ ਹਸਪਤਾਲ ਜਾਣ ਲਈ। ਵੇਅਰ ਲਾਈਜ਼ ਹਿਜ਼ ਹੋਪ ਆਫ ਸਰਵਾਈਵਲ, ਜਿੱਥੇ ਕਿ ਉਸ ਦੇ ਬਚਣ ਦੀ ਆਸ ਬੱਝੀ ਹੋਈ ਸੀ। ਸ਼ੇਰ ਸਿੰਘ ਇਨ ਦਾ ਐਂਡ ਸਕਸੀਡਸ ਇਨ ਦਾ ਮਿਸ਼ਨ ਐਂਡ ਅਰਨਸ ਦਾ ਟਾਈਟਲ ਆਫ ਬਹਾਦਰ। ਸ਼ੇਰ ਸਿੰਘ ਅਖੀਰ ਵਿੱਚ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਬਹਾਦਰ ਦਾ ਟਾਈਟਲ ਕਮਾਉਂਦਾ ਹੈ। ਦ ਬ੍ਰੇਵ, ਜਿਹਦਾ ਮਤਲਬ ਹੁੰਦਾ ਬ੍ਰੇਵ। ਦ author Nora Burke was a 20th century British adventurer। ਇਸ ਦੀ ਰਾਈਟਰ ਨੋਰਾ ਬਰਕ, ਜੋ ਕਿ ਇੱਕ ਬ੍ਰਿਟਿਸ਼ ਨਾਵਲਿਸਟ ਹੈ, ਉਸਨੇ 20ਵੀਂ ਸਦੀ ਦੇ ਸ਼ੁਰੂਆਤ ਵਿੱਚ ਇੰਡੀਆ ਵਿੱਚ ਯਾਤਰਾ ਕਰਕੇ ਕਾਫੀ ਕੁਝ ਇੰਡੀਆ ਬਾਰੇ ਲਿਖਿਆ। Who spent several years in the Himalayan forest, ਜਿੱਥੇ ਕਾਫੀ ਸਾਲ ਹਿਮਾਲਿਆ ਦੇ ਜੰਗਲਾਂ ਵਿੱਚ ਵੀ ਬਿਤਾਏ। Let's start the story. Sher Singh's little brother Kunwar lay in the hut with pain in his stomach that was getting worse. Sher Singh ਦਾ ਛੋਟਾ ਭਰਾ ਕੁੰਵਰ ਝੌਂਪੜੀ ਵਿੱਚ ਆਪਣੇ ਪੇਟ ਦੀ ਦਰਦ ਨੂੰ ਲੈ ਕੇ ਲੇਟਿਆ ਹੋਇਆ ਹੈ ਅਤੇ ਉਹ ਦਰਦ ਵਧੀ ਜਾ ਰਹੀ ਸੀ। ਸ਼ੇਰ ਸਿੰਘ himself was only 12 years old, small and cheerful, a child of the jungle. ਸ਼ੇਰ ਸਿੰਘ ਇੱਕ 12 ਸਾਲ ਦਾ ਲੜਕਾ, ਛੋਟਾ
ਅਤੇ ਖੁਸ਼ ਰਹਿਣ ਵਾਲਾ ਜੰਗਲ ਦਾ ਬੱਚਾ ਸੀ। ਸੋ ਦੇਖੋ ਇਹਦੇ ਵਿੱਚ ਸਾਡਾ ਜਿਹੜਾ ਫਰਸਟ ਕੁਐਸਚਨ ਹੈ ਉਹ ਕੰਪਲੀਟ ਹੋ ਗਿਆ। ਫਰਸਟ ਕੁਐਸਚਨ ਕਿਹੜਾ ਸੀ? ਹੂ ਵਾਸ ਸ਼ੇਰ ਸਿੰਘ ਬਹਾਦਰ। ਸੋ ਇੱਥੇ ਤੁਸੀਂ ਇਸ ਦਾ ਜਵਾਬ ਇਹ ਲਿਖ ਸਕਦੇ ਹੋ। ਤੁਸੀਂ ਲਿਖ ਸਕਦੇ ਹੋ ਸ਼ੇਰ ਸਿੰਘ ਵਾਸ ਓਨਲੀ 12 years old, small and cheerful, a child of the jungle, and his brother was several years younger, ਅਤੇ ਉਸਦਾ ਭਰਾ ਉਸ ਤੋਂ ਕਈ ਸਾਲ ਛੋਟਾ ਸੀ। There had been other children of course, ਕੁਝ ਹੋਰ ਵੀ ਬੱਚੇ ਸਨ, but they were dead, carried off by cholera and influenza, ਜਿਨ੍ਹਾਂ ਵਿੱਚੋਂ ਕੁਝ ਨੂੰ ਜਾਂ ਤਾਂ ਹੈਜ਼ਾ ਲੈ ਗਿਆ ਤੇ ਜਾਂ ਫਿਰ ਉਹ ਇਨਫਲੂਐਂਜ਼ਾ ਦੀ ਬਿਮਾਰੀ ਦੇ ਸ਼ਿਕਾਰ ਹੋ ਕੇ ਮਰ ਗਏ। I will wring out rags in boiling water. Wring out ਹੁੰਦਾ ਨਿਚੋੜਨਾ, rags ਹੁੰਦੇ ਆ ਕੁਝ ਲੀਰਾਂ ਜਾਂ ਫਟੇ ਪੁਰਾਣੇ ਕੱਪੜੇ। ਮੈਂ ਕੁਝ ਲੀਰਾਂ ਨੂੰ ਉਬਲਦੇ ਪਾਣੀ ਦੇ ਵਿੱਚ ਨਿਚੋੜਦੀ ਹਾਂ ਅਤੇ ਇਸ ਨੂੰ ਉਸ ਦੇ ਪੇਟ ਉੱਤੇ ਰੱਖਦੀ ਹਾਂ, ਯਾਨੀ ਕੁੰਵਰ ਦੇ ਪੇਟ ਉੱਤੇ। said mother, ਮਾਂ ਨੇ ਕਿਹਾ। she did not weep, ਉਹ ਰੋਈ ਨਹੀਂ। she had lived through everything, ਉਹ ਸਾਰਾ ਕੁਝ ਪਹਿਲਾਂ ਹੰਢਾ ਚੁੱਕੀ ਹੋਈ ਸੀ। the steaming clothes did nothing, ਸਟੀਮ ਵਾਲੇ ਕੱਪੜਿਆਂ ਨੇ ਕੁਝ ਨਹੀਂ ਕੀਤਾ। after a while, ਕੁਝ ਦੇਰ ਬਾਅਦ ਸ਼ੇਰ ਸਿੰਘ's mother said, ਸ਼ੇਰ ਸਿੰਘ ਦੀ ਮਾਂ ਨੇ ਕਿਹਾ, he must be carried to the hospital at ਕਾਲਾਘਾਟ, ਉਸ ਨੂੰ ਕਾਲਾਘਾਟ ਦੇ ਹਸਪਤਾਲ ਵਿੱਚ ਜ਼ਰੂਰ ਲੈ ਕੇ ਜਾਣਾ ਪਏਗਾ। then ਸ਼ੇਰ ਸਿੰਘ knew that his brother was dying, ਫਿਰ ਸ਼ੇਰ ਸਿੰਘ ਨੂੰ ਪਤਾ ਚੱਲ ਗਿਆ ਕਿ ਉਸ ਦਾ ਭਰਾ ਮਰ ਰਿਹਾ ਸੀ। for all jungle people know that the hospital is the last resort of the doomed, ਸਾਰੇ ਜੰਗਲ ਦੇ ਲੋਕਾਂ ਨੂੰ ਪਤਾ ਸੀ ਕਿ ਹਸਪੀਟਲ ਕਿਆਮਤ ਵਿੱਚ ਆਖਰੀ ਸਹਾਰਾ ਹੈ। I will run for my father, he cried, ਉਹ ਚਿল্লাਇਆ, ਮੈਂ ਆਪਣੇ ਪਿਤਾ ਨੂੰ ਲੱਭਣ ਜਾਵਾਂਗਾ। it may be days before you find him, ਤਾਂ ਉਸ ਦੀ ਮਾਂ ਕਹਿੰਦੀ ਹੈ ਕਿ ਕਿੰਨੇ ਹੀ ਦਿਨ ਲੱਗ ਜਾਣਗੇ ਤੈਨੂੰ ਉਹਨਾਂ ਨੂੰ ਲੱਭਣ ਲਈ। ਸ਼ੇਰ ਸਿੰਘ's father was known far and wide as ਸ਼ੇਰ ਸਿੰਘ ਬਹਾਦਰ, ਸ਼ੇਰ ਸਿੰਘ ਦੇ ਪਿਤਾ ਜੀ ਵੀ ਦੂਰ ਨੇੜੇ ਸ਼ੇਰ ਸਿੰਘ ਬਹਾਦਰ ਯਾਨੀ the brave, a famous hunter, ਇੱਕ ਫੇਮਸ ਹੰਟਰ ਵਜੋਂ ਜਾਣੇ ਜਾਂਦੇ ਸਨ ਜਿਨ੍ਹਾਂ ਨੂੰ ਸ਼ੇਰ ਸਿੰਘ ਬਹਾਦਰ ਕਿਹਾ ਜਾਂਦਾ ਸੀ। with the title ਬਹਾਦਰ added to his name like a medal, ਬਹਾਦਰ ਟਾਈਟਲ ਉਹਨਾਂ ਦੇ ਨਾਲ ਇੱਕ ਮੈਡਲ ਵਾਂਗ ਜੁੜਿਆ ਹੋਇਆ ਸੀ because of all he had done, ਜੋ ਕਿ ਉਹਨਾਂ ਨੇ ਬਹਾਦਰੀ ਦੇ ਕੰਮ ਕੀਤੇ ਉਸ ਕਰਕੇ। ਹੁਣ ਦੇਖੋ ਬੱਚੇ ਦਾ ਨਾਮ ਵੀ ਸ਼ੇਰ ਸਿੰਘ ਤੇ ਪਿਤਾ ਦਾ ਨਾਮ ਹੀ ਸ਼ੇਰ ਸਿੰਘ ਬਹਾਦਰ। he lived his life here in ਲਲਦਵਾਨੀ village, ਉਹਨਾਂ ਨੇ ਆਪਣੀ ਜ਼ਿੰਦਗੀ ਇਸ ਲਲਦਵਾਨੀ ਵਿਲੇਜ ਵਿੱਚ ਬਿਤਾਈ। grazing his animals, ਆਪਣੇ ਜਾਨਵਰਾਂ ਨੂੰ ਚਰਾਉਂਦੇ ਹੋਏ। cultivating his bit of land, ਆਪਣੀ ਥੋੜੀ ਜ਼ਮੀਨ ਨੂੰ ਵਾਹੁੰਦੇ ਹੋਏ। but whenever an expedition entered the jungle, expedition ਹੁੰਦਾ ਪਰਬਤ ਤੇ ਚੜਨ ਵਾਲੇ ਲੋਕਾਂ ਦੀ ਟੁਕੜੀ, ਕਿ ਜਦੋਂ ਪਰਬਤ ਰੋਹੀ ਜਿਹੜੇ ਹੁੰਦੇ ਨੇ ਪਰਬਤ ਤੇ ਚੜਨ ਵਾਲਿਆਂ ਦੀ ਟੁਕੜੀ ਜੰਗਲ ਵਿੱਚ ਐਂਟਰ ਹੁੰਦੀ ਇਨ ਸਰਚ ਆਫ ਬਿਗ ਗੇਮ, ਇੱਕ ਵੱਡੀ ਯਾਤਰਾ ਲਈ ਜਾਂ ਇੱਕ ਵੱਡੇ ਪ੍ਰੋਜੈਕਟ ਲਈ, ਦੇ ਸੈਂਟ ਫॉर ਬਹਾਦਰ ਦਾ ਬ੍ਰੇਵ, ਤਾਂ ਉਹਨਾਂ ਨੂੰ ਸ਼ੇਰ ਸਿੰਘ ਬਹਾਦਰ ਕੋਲ ਭੇਜਿਆ ਜਾਂਦਾ। all along his skull and back and shoulder went a scar, ਉਸ ਦੀ ਖੋਪੜੀ ਤੇ ਪਿੱਠ ਤੇ ਮੋਢੇ ਤੇ ਹਰ ਪਾਸੇ ਕੱਟ ਦੇ ਨਿਸ਼ਾਨ ਸਨ। where claws had opened his flesh to the bone, ਉਹਦੇ ਸਕਾਰ ਕਿੱਦਾਂ ਹੋਇਆ ਕਿ ਇੱਕ ਸ਼ੇਰ ਦਾ ਪੰਜਾ ਉਸਦੇ ਮਾਂਸ ਵਿੱਚੋਂ ਦੀ ਹੁੰਦਾ ਹੋਇਆ ਉਸਦੀਆਂ ਹੱਡੀਆਂ ਤੱਕ ਜਾ ਟਕਰਾਇਆ ਸੀ। when he was pulling a comrade away from a tiger, ਜਦੋਂ ਉਹ ਆਪਣੇ ਇੱਕ ਸਾਥੀ ਨੂੰ ਟਾਈਗਰ ਤੋਂ ਛੁਡਾ ਰਿਹਾ ਸੀ। ਸੋ ਇੱਥੇ ਸਾਡਾ ਸੈਕਿੰਡ ਕੁਐਸਚਨ ਜਿਹੜਾ ਉਹ ਕੰਪਲੀਟ ਹੋ ਜਾਂਦਾ। ਸੈਕਿੰਡ ਕੁਐਸਚਨ ਹੈ where did he get the big scar from, ਉਸ ਨੂੰ ਇਹ ਵੱਡਾ ਕੱਟ ਦਾ ਨਿਸ਼ਾਨ ਕਿੱਥੋਂ ਮਿਲਿਆ। ਸੋ ਤੁਸੀਂ ਲਿਖ ਸਕਦੇ ਹੋ a tiger's claws had opened his flesh to the bone when he was pulling a comrade away from a tiger. now he was away in the jungle with an expedition, ਹੁਣ ਸ਼ੇਰ ਸਿੰਘ ਜੰਗਲ ਵਿੱਚ ਦੂਰ ਸੀ ਇੱਕ ਐਕਸਪੀਡੀਸ਼ਨ ਦੇ ਨਾਲ। all the men of ਲਲਦਵਾਨੀ village too were away as beaters, ਬੀਟਰਸ ਹੁੰਦੇ ਨੇ ਜਿਹੜੇ ਚਮੜੇ ਦੇ ਸਾਜ਼ ਨੂੰ ਉੱਚੀ ਉੱਚੀ ਵਜਾਉਂਦੇ ਜਿੱਦਾਂ ਨਗਾਰਾ ਹੁੰਦਾ, ਤੇ ਉਹ ਪਸ਼ੂਆਂ ਨੂੰ ਜੰਗਲੀ ਜਾਨਵਰਾਂ ਨੂੰ ਦੂਰ ਭਜਾਉਣ ਲਈ ਅਜਿਹਾ ਕਰਦੇ ਹਨ। ਲਲਦਵਾਨੀ ਪਿੰਡ ਦੇ ਸਾਰੇ ਆਦਮੀ ਵੀ ਉਸ ਦੇ ਨਾਲ ਗਏ ਸਨ ਐਜ਼ ਬੀਟਰਸ।